करिए गोर विचार नानक बेड़ी सच की करिए गोर विचार। ਤੇ ਗਲਿਆ ਹੋਇਆ ਕਾਗਜ਼ ਆਪ ਜਾਣਦੇ ਹੋ ਕਿਸੇ ਕੰਮ ਨਹੀਂ ਆਉਂਦਾ। ਪਰ ਸਤਿਗੁਰੂ ਮਹਾਰਾਜ ਜੀ ਨੇ ਇੱਕ ਸਾਨੂੰ ਹੌਸਲਾ ਦਿੱਤਾ ਹੈ, ਸਾਨੂੰ ਇੱਕ ਉਹਨਾਂ ਨੇ ਧੀਰਜ ਦਿੱਤਾ ਹੈ। ਉਹ ਕਿਹੜਾ ਕਿ ਸੰਸਾਰ ਹੈ ਤੇ ਗਲ ਜਾਣ ਵਾਲਾ, ਸੜ ਜਾਣ ਵਾਲਾ। ਜਿਵੇਂ ਕਾਗਜ਼ ਬੂੰਦਾਂ ਪਾਣੀ ਦੀਆਂ ਨਾਲ ਗਲ ਜਾਂਦਾ ਹੈ, ਪਰ ਜੇ ਕਾਗਜ਼ ਨੂੰ ਬਚਾਉਣਾ ਹੋਵੇ ਫਿਰ ਕੀ ਕਰਨਾ ਚਾਹੀਦਾ? ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇੱਕ ਜੁਗਤੀ ਦੱਸੀ ਹੈ, ਇੱਕ ਢੰਗ ਦੱਸਿਆ ਹੈ, ਇੱਕ ਤਰੀਕਾ ਸਾਨੂੰ ਦੱਸਿਆ ਹੈ। ਉਹਨਾਂ ਨੇ ਉਹ ਤਰੀਕਾ ਰਾਮਕਲੀ ਰਾਗ ਵਿੱਚ ਸਤਿਗੁਰੂ ਜੀ ਦਾ ਸ਼ਬਦ ਹੈ। ਗੁਰੂ ਨਾਨਕ ਸਾਹਿਬ ਫਰਮਾਨ ਕਰਦੇ ਨੇ, ਕਾਗਦ ਲੂਣ ਰਹਿ ਕਿਰਤ ਸੰਗੇ, ਪਾਣੀ ਕਮਲ ਰਹਿ। ਕਾਗਜ਼ ਤੇ ਲੂਣ, ਲੂਣ ਦੀ ਡਲੀ ਵੀ ਪਾਣੀ ਵਿੱਚ ਪਾਈਏ ਤੇ ਖੁਰ ਜਾਂਦੀ ਹੈ, ਤੇ ਕਾਗਜ਼ ਵੀ ਪਾਣੀ ਦੇ ਵਿੱਚ ਗਲ ਜਾਂਦਾ ਹੈ। ਪਰ ਜੇ ਇਹਨਾਂ ਨੂੰ ਲੰਮਾ ਸਮਾਂ ਬਚਾ ਕੇ ਰੱਖਣਾ ਹੋਵੇ ਤੇ ਫਿਰ ਕਹਿੰਦੇ ਨੇ ਕਿ ਇਹਨਾਂ ਨੂੰ ਘਿਓ ਦੇ ਵਿੱਚ ਭਿਉਂ ਲਓ, ਘਿਓ ਦੇ ਨਾਲ ਚੋਪੜ ਲਓ, ਫਿਰ ਪਾਣੀ ਦੇ ਵਿੱਚ ਸੁੱਟ ਦਿਓ ਤੇ ਪਾਣੀ ਦਾ ਇਹਨਾਂ ਉੱਤੇ ਅਸਰ ਨਹੀਂ ਹੋਵੇਗਾ। ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਨੇ ਕਿ ਪਾਣੀ ਕਮਲ ਰਹੇ, ਕਮਲ ਦਾ ਫੁੱਲ ਪਾਣੀ ਦੇ ਵਿੱਚ ਰਹਿੰਦਾ। ਜੇ ਪਾਣੀ ਉੱਚਾ ਹੋਵੇ ਤਾਂ ਡੁੱਬਦਾ ਨਹੀਂ, ਹੋਰ ਉੱਚਾ ਹੋ ਜਾਂਦਾ। ਤੇ ਜੇ ਪਾਣੀ ਥੱਲੇ ਚਲਾ ਜਾਵੇ ਤੇ ਕਮਲ ਦਾ ਫੁੱਲ ਵੀ ਥੱਲੇ ਚਲਾ ਜਾਂਦਾ। ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਕਿ ਜੇ ਤੁਸੀਂ ਅਮਰ ਹੋਣਾ ਚਾਹੁੰਦੇ ਹੋ, ਜੇ ਤੁਸੀਂ ਆਪਣੀ ਆਤਮਾ ਨੂੰ ਸਦਾ ਵਾਸਤੇ ਕਾਇਮ ਰੱਖਣਾ ਚਾਹੁੰਦੇ ਹੋ, ਤੇ ਫਿਰ ਪਰਮਾਤਮਾ ਦਾ ਨਾਮ ਜਿਹੜਾ ਹੈ ਨਾ, ਉਹਦੇ ਵਿੱਚ ਇਹਨੂੰ ਰੰਗ ਲਓ। ਸਮਝ ਲਓ ਕਿ ਅਸੀਂ ਘਿਓ ਦੇ ਵਿੱਚ ਆਪਣੇ ਗਲ ਜਾਣ ਵਾਲੇ ਕਾਗਜ਼ ਨੂੰ ਰੰਗ ਲਿਆ, ਚੋਪੜ ਲਿਆ ਹੈ, ਤੇ ਫਿਰ ਇਹ ਸਦਾ ਵਾਸਤੇ ਕਾਇਮ ਰਹੇਗਾ। ਕਿਉਂਕਿ ਸਤਿਗੁਰੂ ਜੀ ਕਹਿੰਦੇ ਨੇ, ਥਿਰ ਪਾਰ ਬ੍ਰਹਮ ਪਰਮੇਸ਼ਰੋ ਸੇਵਕ ਥਿਰ ਹੋਸੀ। ਉਹ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਸਦਾ ਰਹਿਣ ਵਾਲਾ ਹੈ, ਤੇ ਜਾਂ ਫਿਰ ਉਹਦਾ ਜਿਹੜਾ ਸੇਵਕ ਉਹਦੇ ਨਾਮ ਰੰਗ ਵਿੱਚ ਰੰਗਿਆ ਗਿਆ, ਉਹਦੇ ਪਿਆਰ ਦੇ ਵਿੱਚ ਭਿੱਜ ਗਿਆ ਹੈ, ਉਹ ਸਦਾ ਕਾਇਮ ਰਹਿਣ ਵਾਲਾ ਹੈ। ਬਾਕੀ ਸਭ ਦੁਨੀਆ ਅਮਨ ਜਾਮਣੀ ਹੈ, ਸਭ ਦੁਨੀਆ ਬਿਨਸਨਹਾਰ ਹੈ। ਇਹ ਤਰੀਕਾ ਸਤਿਗੁਰੂ ਜੀ ਨੇ ਸਾਨੂੰ ਦੱਸਿਆ ਹੈ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਭਾਈ ਉਸ ਪਰਮੇਸ਼ਰ ਨੇ ਇਹ ਰਚਨਾ ਰਚੀ ਹੈ, ਉਸ ਪਰਮੇਸ਼ਰ ਵਾਹਿਗੁਰੂ ਨੇ ਹੀ ਇਹ ਸਾਰੀ ਬਣਤਰ ਬਣਾਈ ਹੈ, ਉਹਨੇ ਸਾਰਿਆਂ ਨੂੰ ਇਹ ਜਾਣਕਾਰੀ ਦਿੱਤੀ ਹੈ। ਜਿਹਨੂੰ ਸੋਝੀ ਬਖਸ਼ਦਾ ਉਹ ਸਮਝ ਲੈਂਦਾ ਹੈ ਕਿ ਸੰਸਾਰ ਬਿਰਸਨਹਾਰ ਹੈ। ਜਿਨੇ ਪਛਾਤਾ ਹੁਕਮ ਤਿਨ ਕਦੇ ਨਾ ਰੋਮਣਾ। ਜਿਨ੍ਹਾਂ ਨੇ ਹੁਕਮ ਨੂੰ ਬੁੱਝ ਲਿਆ, ਹੁਕਮ ਨੂੰ ਪਛਾਣ ਲਿਆ, ਉਹ ਫਿਰ ਸਤਿਗੁਰੂ ਜੀ ਕਹਿੰਦੇ ਕਦੇ ਰੋਂਦੇ ਨਹੀਂ, ਭਾਵੇਂ ਜਿੰਨਾ ਮਰਜ਼ੀ ਨੁਕਸਾਨ ਹੋ ਜਾਵੇ। 4 ਸਾਹਿਬਜ਼ਾਦੇ ਕਲਗੀਧਰ ਮਹਾਰਾਜ ਜੀ ਦੇ ਸ਼ਹੀਦ ਹੋ ਗਏ, ਤੇ ਇੱਕ ਵੀ ਹੰਝੂ ਉਹਨਾਂ ਦੀ ਅੱਖ ਵਿੱਚੋਂ ਨਹੀਂ ਨਿਕਲਿਆ। ਕਿਉਂ ਨਹੀਂ ਨਿਕਲਿਆ? ਕਿਉਂਕਿ ਉਹਨਾਂ ਨੇ ਸੰਸਾਰ ਦੀ ਅਸਲੀਅਤ ਨੂੰ ਜਾਣ ਲਿਆ। ਉਹਨਾਂ ਨੂੰ ਪਤਾ ਹੈ ਕਿ ਇਹ ਸੰਸਾਰ ਜਿਹੜਾ ਬਿਨਸਨਹਾਰ ਹੈ, ਦੇਹਾਂ ਦਾ ਮੇਲਾ ਨਿਤ ਨਹੀਂ ਰਹਿੰਦਾ। ਜਿਹੜਾ ਇਸ ਦੇਹ ਨੂੰ ਧਰਮ ਦੇ ਲੇਖੇ ਲਾ ਜਾਂਦਾ ਹੈ, ਪਰਮੇਸ਼ਰ ਦੇ ਲੇਖੇ ਲਾ ਜਾਂਦਾ ਹੈ, ਉਹ ਸਦਾ ਵਾਸਤੇ ਅਮਰ ਹੋ ਜਾਂਦਾ ਹੈ। ਉਹ ਕਦੇ ਮਰਦਾ ਨਹੀਂ, ਉਹ ਸਦਾ ਵਾਸਤੇ ਜਿੰਦਾ ਰਹਿੰਦਾ ਹੈ। ਤੇ ਜਿਨ੍ਹਾਂ ਨੂੰ ਸਮਝ ਨਹੀਂ, ਉਹ ਫਿਰ ਰੋਂਦੇ ਨੇ, ਕੁਰਲਾਉਂਦੇ ਨੇ, ਦੁਖੀ ਹੁੰਦੇ ਨੇ। ਹੇ ਪ੍ਰਭੂ, ਜਿਨ੍ਹਾਂ ਨੂੰ ਤੂੰ ਇਹ ਸਾਰੀ ਅਸਲੀਅਤ ਜਣਾ ਦਿੰਦਾ ਹੈ, ਉਹੀ ਇਸ ਨੂੰ ਜਾਣ ਸਕਦੇ ਨੇ, ਉਹੀ ਜਾਣਦੇ ਨੇ, ਤੇ ਜਾਣ ਕੇ ਝੂਠੇ ਸੰਸਾਰ ਦੇ ਨਾਲੋਂ ਪ੍ਰੀਤ ਤੋੜ ਕੇ ਸੱਚੇ ਵਾਹਿਗੁਰੂ ਦੇ ਚਰਨਾਂ ਨਾਲ ਉਹ ਆਪਣੀ ਪ੍ਰੀਤ ਨੂੰ ਜੋੜ ਲੈਂਦੇ ਹਨ। ਹਰ ਗੁਣ ਸਦ ਹੀ ਆਖ ਵਖਾਣੈ। ਉਹ ਫਿਰ ਸਦਾ ਹਰੀ ਦੇ ਗੁਣਾਂ ਦੀ ਹੀ ਵਿਆਖਿਆ ਕਰਦੇ ਨੇ, ਉਹ ਪਰਮਾਤਮਾ ਦੇ ਹੀ ਨਾਮ ਨੂੰ ਆਰਾਧਦੇ ਰਹਿੰਦੇ ਨੇ। ਉਹ ਹੋਰ ਸੰਸਾਰ ਦੀ ਝੂਠੀ ਵਿਆਖਿਆ ਵਿੱਚ ਨਹੀਂ ਪੈਂਦੇ। ਉਹ ਫਿਰ ਹੋਰ ਗਿਆਨ ਇਕੱਠਾ ਨਹੀਂ ਕਰਦੇ। ਜਿਹੜਾ ਗਿਆਨ ਮੈਲਾ ਹੈ, ਜਿਹੜਾ ਗਿਆਨ ਝੂਠਾ ਹੈ, ਉਸ ਨੂੰ ਇਕੱਠਾ ਕਰਨ ਵਾਲੇ ਪਾਸੇ ਉਹ ਨਹੀਂ ਪੈਂਦੇ। ਉਹ ਸੱਚਾ ਧਨ ਇਕੱਠਾ ਕਰਦੇ ਨੇ,
ਕਾਚਾ ਧਨ ਸੰਚਹਿ ਮੂਰਖ ਗਾਵਾਰ। ਕੱਚਾ ਧਨ ਕੌਣ ਇਕੱਠਾ ਕਰਦੇ ਨੇ? ਜਿਹੜੇ ਮੂਰਖ ਨੇ, ਗਵਾਰ ਨੇ। ਕੋਈ ਆਦਮੀ ਗਲੀ ਦੇ ਵਿੱਚ ਲੀਰਾਂ, ਪਾਟੀਆਂ ਔਰ ਇਸ ਤਰ੍ਹਾਂ ਦਾ ਕੰਡਮ ਸਮਾਨ ਜਿਹੜਾ ਹੈ, ਬੇਕਾਰ ਸਮਾਨ ਇਕੱਠਾ ਕਰੇ, ਤੇ ਅਸੀਂ ਉਹਨੂੰ ਕੀ ਕਹਿੰਦੇ ਆ? ਇਹ ਵਿਚਾਰਾ ਮੂਰਖ ਹੈ, ਪਾਗਲ ਹੈ, ਇਹਨੂੰ ਪਤਾ ਨਹੀਂ। ਇਸ ਕਰਕੇ ਬੇਕਾਰ ਚੀਜ਼ਾਂ ਨੂੰ ਇਕੱਠੀਆਂ ਕਰੀ ਜਾ ਰਿਹਾ। ਇਸੇ ਤਰ੍ਹਾਂ ਜਿਨ੍ਹਾਂ ਦੀ ਸੁਰਤ ਜਾਗੀ ਹੋਈ ਹੈ, ਜਿਹੜੇ ਆਤਮਿਕ ਤੌਰ 'ਤੇ ਜਾਗੇ ਹੋਏ ਨੇ, ਜਿਨ੍ਹਾਂ ਨੂੰ ਪਰਮੇਸ਼ਰ ਨੇ ਇਹ ਸੂਝ-ਬੂਝ ਬਖਸ਼ ਦਿੱਤੀ ਹੈ, ਤੇ ਸਤਿਗੁਰੂ ਜੀ ਕਹਿੰਦੇ ਉਹ ਵੀ ਫਿਰ ਇਹ ਸੰਸਾਰ ਦੀਆਂ ਨਾਸਵੰਤ ਵਸਤੂਆਂ ਨੂੰ ਇਕੱਠਾ ਕਰਨ ਵਾਸਤੇ ਆਪਣੇ ਸਾਰੇ ਜੀਵਨ ਦੀ ਸਵਾਸਾਂ ਦੀ ਪੂੰਜੀ ਖਰਚ ਨਹੀਂ ਕਰਦੇ। ਉਹ ਫਿਰ ਕੀ ਕਰਦੇ ਨੇ? ਹਰ ਗੁਣ ਸਦ ਹੀ ਆਖ ਵਖਾਣਾ। ਹਰੀ ਦੇ ਜਿਹੜੇ ਗੁਣ ਨੇ ਉਹਨਾਂ ਦੀ ਸਦਾ ਵਾਸਤੇ ਵਿਆਖਿਆ ਕਰਦੇ ਨੇ, ਹਰ ਸਮੇਂ ਉਹਨਾਂ ਦੀ ਵਿਆਖਿਆ ਵਿੱਚ ਹੀ ਲੱਗੇ ਰਹਿੰਦੇ ਨੇ। ਪਰਮੇਸ਼ਰ ਦੇ ਉੱਠਦਿਆਂ ਬਹਿੰਦਿਆਂ ਗੁਣ ਗਾਉਂਦੇ ਰਹਿੰਦੇ ਨੇ। ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਸਤਿਗੁਰੂ ਜੀ ਸਾਨੂੰ ਇਹ ਨਹੀਂ ਕਹਿੰਦੇ ਕਿ ਤੁਸੀਂ ਸੰਸਾਰ ਦੇ ਸਾਰੇ ਕੰਮ ਧੰਦੇ ਤਿਆਗ ਦਿਓ। ਨਹੀਂ, ਸਤਿਗੁਰੂ ਜੀ ਕਹਿੰਦੇ ਨੇ ਕਿ ਸਾਰੀ ਸ਼ਕਤੀ ਜਿਹੜੀ ਹੈ ਉਹ ਸੰਸਾਰ ਦੇ ਪਦਾਰਥ ਇਕੱਠੇ ਕਰਨ ਵਾਸਤੇ ਖਰਚ ਨਾ ਕਰੋ, ਸਗੋਂ ਆਪਣੀ ਜਿਹੜੀ ਅਸਲੀ ਸ਼ਕਤੀ ਹੈ ਨਾ, ਆਤਮਿਕ ਬਲ, ਜਿੰਨੇ ਸਵਾਸ ਤੁਹਾਨੂੰ ਪਰਮੇਸ਼ਰ ਨੇ ਦਿੱਤੇ ਨੇ, ਉਹ ਸਾਰੇ ਪਰਮੇਸ਼ਰ ਵਾਹਿਗੁਰੂ ਦੇ ਲੇਖੇ ਲਾਓ। ਕੰਮ ਵੀ ਕਰੋ। ਸਤਿਗੁਰੂ ਜੀ ਨੇ ਆਪ ਸਾਰੇ ਕਾਰਜ ਕੀਤੇ ਨੇ, ਕੰਮ ਤੋਂ ਮਨਾ ਨਹੀਂ ਕਰਦੇ। ਕੋਈ ਦੁਕਾਨ ਕਰੇ, ਨੌਕਰੀ ਕਰੇ, ਵਪਾਰ ਕਰੇ, ਖੇਤੀਬਾੜੀ ਕਰੇ, ਸਭ ਸਤਿਗੁਰੂ ਦੇ ਘਰ ਵਿੱਚ ਪ੍ਰਵਾਨ ਨੇ। ਉਹਦੇ ਉੱਤੇ ਹੀ ਸਾਰਾ ਜ਼ੋਰ ਲਾ ਦੇਵੇ ਤੇ ਆਪਣੀ ਸਵਾਸਾਂ ਦੀ ਪੂੰਜੀ ਜਿਹੜੀ ਹੈ ਉਸ ਨੂੰ ਬਰਬਾਦ ਕਰ ਲਵੇ, ਤੇ ਉਸ ਨੂੰ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਕਾਚਾ ਧਨ ਸੰਚਹਿ ਮੂਰਖ ਗਾਵਾਰ। ਉਹਨੇ ਧਨ ਤੇ ਬਹੁਤ ਇਕੱਠਾ ਕੀਤਾ, ਪਰ ਬਿਨ ਸਜਾਉਣ ਵਾਲਾ, ਇੱਥੇ ਰਹਿ ਜਾਣ ਵਾਲਾ। ਭਾਵੇਂ ਕੋਈ ਅਰਬਾਂ ਪਤੀ ਹੋਵੇ, ਕਰੋੜਾਂ ਪਤੀ ਹੋਵੇ, ਸਭ ਕੁਝ ਇੱਥੇ ਛੱਡ ਕੇ ਇੱਕ ਦਿਨ ਖਾਲੀ ਹੱਥੀ ਚਲੇ ਜਾਣਾ। ਛੱਡ 80 ਲੱਖ ਕਰੋੜ। ਤੇ ਜਿਹੜੀ ਚੀਜ਼ ਨਾਲ ਜਾਣ ਵਾਲੀ ਹੈ ਉਹਦੇ ਵਾਸਤੇ ਤਾਂ ਯਤਨ ਕੀਤਾ ਹੀ ਕੋਈ ਨਹੀਂ। ਉਹ ਤੇ ਗੁਣਾਂ ਦੀ ਪੰਡ ਆਪਣੇ ਪੱਲੇ ਬੰਨੀ ਕੋਈ ਨਹੀਂ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਜਿਨ੍ਹਾਂ ਨੂੰ ਉਹ ਪਰਮੇਸ਼ਰ ਸੂਝ-ਬੂਝ ਦਿੰਦਾ ਹੈ, ਉਹ ਕੋਈ ਸੰਸਾਰ ਦੇ ਰਸਾਂ ਕਸਾਂ ਵਿੱਚ ਨਹੀਂ ਪੈਂਦੇ, ਝੂਠਾ ਧਨ ਇਕੱਠਾ ਨਹੀਂ ਕਰਦੇ। ਉਹ ਸਦਾ ਹਰੇ ਪ੍ਰਮਾਤਮਾ ਦੇ ਗੁਣਾਂ ਦੀ ਵਿਆਖਿਆ ਕਰਦੇ ਨੇ, ਪ੍ਰਮਾਤਮਾ ਦੇ ਗੁਣਾਂ ਨੂੰ ਹੀ ਗਾਉਂਦੇ ਨੇ। ਦਿਨੇ ਰਾਤ ਸੁੱਤਿਆਂ ਜਾਗਦਿਆਂ ਉਸ ਪਰਮੇਸ਼ਰ ਨੂੰ ਜਪਦੇ ਰਹਿੰਦੇ ਨੇ। ਉਹਨਾਂ ਉੱਤੇ ਸਮਝ ਲਓ ਕਿ ਪਰਮੇਸ਼ਰ ਦੀ ਅਥਾਹ ਕਿਰਪਾ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਵਡ ਭਾਗੀ ਤਿਹ ਜਨ ਕੋ ਜਾਨੋ, ਜੋ ਹਰ ਕੇ ਗੁਣ ਗਾਵੇ। ਵੱਡੇ ਭਾਗਾਂ ਵਾਲਾ ਮਨੁੱਖ ਕੌਣ ਹੈ? ਜਿਹਦੇ ਕੋਲ ਬਹੁਤ ਵੱਡੀ ਕੋਠੀ ਹੋਵੇ ਉਹ ਵੱਡੇ ਭਾਗਾਂ ਵਾਲਾ। ਸਾਡੀ ਨਿਗਾਹ ਵਿੱਚ ਤਾਂ ਉਹੀ ਹੈ। ਜਿਹਦੇ ਕੋਲ ਬਹੁਤ ਵੱਡੀ ਗੱਡੀ ਹੋਵੇ ਅਸੀਂ ਕਹਿੰਦੇ ਬੜਾ ਭਾਗਾਂ ਵਾਲਾ। ਜਿਹਦੇ ਕੋਲ ਧਨ ਜਾਇਦਾਦ ਦੀ ਬਹੁਤਾਤ ਹੋਵੇ ਅਸੀਂ ਕਹਿੰਦੇ ਇਹਦੇ ਬੜੇ ਵੱਡੇ ਭਾਗ ਨੇ, ਇਹਨੂੰ ਪਰਮੇਸ਼ਰ ਨੇ ਬਹੁਤ ਖੁਸ਼ ਹੋ ਕੇ ਸਾਰਾ ਧਨ ਮਾਲ ਦਿੱਤਾ ਹੈ। ਪਰ ਸਤਿਗੁਰੂ ਜੀ ਕਹਿੰਦੇ ਨਹੀਂ, ਵੱਡੇ ਭਾਗਾਂ ਵਾਲਾ ਉਸ ਨੂੰ ਜਾਣੋ ਜੋ ਹਰ ਕੇ ਗੁਣ ਗਾਵੇ। ਜਿਹੜਾ ਪਰਮੇਸ਼ਰ ਦੇ ਗੁਣ ਗਾਉਂਦਾ ਹੈ ਨਾ, ਸਮਝ ਲਓ ਉਹਦੇ ਸਭ ਤੋਂ ਵੱਡੇ ਭਾਗ ਨੇ। ਸਭ ਤੋਂ ਵੱਡੇ ਭਾਗ ਗੁਰ ਸਿੱਖਾਂ ਕੇ, ਜੋ ਗੁਰ ਚਰਣੀ ਸਿੱਖ ਪੜ੍ਹਤੇ ਆ, ਜਿਹੜੇ ਗੁਰੂ ਦੇ ਚਰਨਾਂ ਨਾਲ ਜੁੜੇ ਨੇ, ਉਹਨਾਂ ਦੇ ਵੱਡੇ ਭਾਗ ਨੇ। ਤੇ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੂੰ ਉਸ ਪਰਮੇਸ਼ਰ ਨੇ ਸੂਝ-ਬੂਝ ਦਿੱਤੀ ਹੈ, ਇਹ ਮੱਤ ਦਿੱਤੀ ਹੈ, ਅਕਲ ਦਿੱਤੀ ਹੈ, ਉਹ ਹਰ ਸਮੇਂ ਉਸ ਪਰਮੇਸ਼ਰ ਵਾਹਿਗੁਰੂ ਦੇ ਗੁਣਾਂ ਨੂੰ ਹੀ ਗਾਉਂਦੇ ਹਨ। ਜਿਨ ਹਰ ਸੇਵਿਆ ਤਿਨ ਸੁਖ ਪਾਇਆ। ਜਿਨ੍ਹਾਂ ਨੇ ਭਾਏ ਹਰੇ ਪਰਮੇਸ਼ਰ ਵਾਹਿਗੁਰੂ ਨੂੰ ਸੇਵਿਆ, ਉਹਨਾਂ ਨੇ ਸਾਰੇ ਸੁਖ ਪ੍ਰਾਪਤ ਕੀਤੇ ਨੇ। ਕਿਉਂਕਿ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਕਿ ਜੋ ਸੁਖ ਕੋ ਚਾਹੈ ਸਦਾ, ਸ਼ਰਨ ਰਾਮ ਕੀ ਲੈ। ਜੇ ਤੂੰ ਸਦੀਵ ਕਾਲ ਰਹਿਣ ਵਾਲਾ ਸੁਖ ਚਾਹੁੰਦਾ ਹੈ, ਤੇਰੀ ਇੱਛਾ ਹੈ ਕਿ ਮੈਨੂੰ ਸਦਾ ਰਹਿਣ ਵਾਲਾ ਸੁਖ ਮਿਲੇ, ਤੇ ਫਿਰ ਉਸ ਪਰਮੇਸ਼ਰ ਵਾਹਿਗੁਰੂ ਦੀ ਰਾਮ ਦੀ ਸ਼ਰਨ ਗ੍ਰਹਿਣ ਕਰ, ਉਹਦੇ ਗੁਣਾਂ ਨੂੰ ਗਾਉਣਾ ਕਰ। ਉਸ ਪਰਮੇਸ਼ਰ ਨੂੰ ਜਿਨ੍ਹਾਂ ਨੇ ਧਿਆਇਆ ਹੈ, ਜਿਨ੍ਹਾਂ ਨੇ ਜਪਿਆ ਹੈ, ਜਿਨ੍ਹਾਂ ਨੇ ਆਰਾਧਿਆ ਹੈ, ਉਹਨਾਂ ਨੇ ਸਦਾ ਰਹਿਣ ਵਾਲੇ ਸੁੱਖਾਂ ਨੂੰ ਪ੍ਰਾਪਤ ਕਰ ਲਿਆ ਹੈ।
ਕਿਉਂਕਿ ਸਤਿਗੁਰੂ ਜੀ ਕਹਿੰਦੇ ਨੇ, ਸੁਖ ਨਾ ਹੀ ਬਹੁਤਾ ਧਨ ਖਾਟੇ। ਬਹੁਤਾ ਧਨ ਇਕੱਠਾ ਕਰਨ ਦੇ ਵਿੱਚ ਵੀ ਸੁਖ ਨਹੀਂ। ਸੁਖ ਨਾ ਹੀ ਪੇਖੈ ਨਿਰਤ ਨਾਟੇ। ਕੋਈ ਨਾਟਕ ਚੇਟਕ, ਇਹ ਦੁਨੀਆ ਦੇ ਡਰਾਮੇ ਵੇਖ ਲੈਣੇ, ਇਹਦੇ ਵਿੱਚ ਵੀ ਕੋਈ ਸੁਖ ਨਹੀਂ ਹੈ। ਸੁਖ ਨਾ ਹੀ ਬਹੁ ਦੇਸ਼ ਕਮਾਏ। ਬਹੁਤੇ ਦੇਸ਼ਾਂ ਦਾ ਭਰਮਣ ਕਰ ਲੈਣਾ, ਬਹੁਤੇ ਦੇਸ਼ਾਂ ਦੀ ਯਾਤਰਾ ਕਰ ਲੈਣੀ, ਇਹਦੇ ਵਿੱਚ ਵੀ ਸੁਖ ਨਹੀਂ ਹੈ। ਕਿਉਂਕਿ ਬੜੀ ਦੁਨੀਆ ਰੋਜ਼ ਤੁਰੀ ਫਿਰਦੀ ਹੈ। ਅੱਜ ਲੋਕ ਰੋਟੀ ਇੱਥੇ ਖਾਂਦੇ ਨੇ ਅਤੇ ਸਵੇਰ ਦੀ ਰੋਟੀ ਜਾ ਕੇ ਅਮਰੀਕਾ ਖਾਂਦੇ ਨੇ, ਅਤੇ ਪਰਸੋਂ ਦੀ ਰੋਟੀ ਫਿਰ ਉਹ ਆ ਕੇ ਦਿੱਲੀ ਖਾ ਲੈਂਦੇ ਨੇ। ਇੰਨਾ ਭਰਮਣ ਕਰਦੇ ਨੇ, ਇੰਨੀ ਯਾਤਰਾ ਕਰਦੇ ਨੇ। ਸਤਿਗੁਰੂ ਜੀ ਕਹਿੰਦੇ, ਸੁਖ ਤਾਂ ਟਿਕਣ ਵਿੱਚ ਹੈ। ਮਨ ਰੇ ਥਿਰ ਰਹੋ, ਮਤ ਕਤ ਜਾਹੀ ਜੀਓ। ਗੁਰੂ ਨੇ ਸਾਡੇ ਉੱਤੇ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ ਹੈ, ਅਤੇ ਬਾਹਰ ਢੂੰਡਣ 'ਤੇ ਛੂਟ ਪਰੇ, ਗੁਰ ਘਰ ਹੀ ਮਾਹੇ ਦਿਖਾਇਆ ਥਾ। ਗੁਰੂ ਨੇ ਉਹ ਸੁੱਖ ਸਾਨੂੰ ਆਪਣੇ ਘਰ ਦੇ ਵਿੱਚ ਹੀ ਵਿਖਾ ਦਿੱਤਾ ਕਿ ਭਾਈ ਘਰ ਬੈਠੇ ਗੁਰੂ ਧਿਆਇਓ। ਤੁਸੀਂ ਘਰ ਬੈਠੇ ਹੀ ਉਸ ਗੁਰੂ ਨੂੰ ਧਿਆਓ। ਆਪਣੇ ਘਰ ਦੇ ਵਿੱਚ ਬੈਠ ਕੇ ਉਸ ਵਾਹਿਗੁਰੂ ਦਾ ਨਾਮ ਜਪੋ ਅਤੇ ਸਾਰੇ ਸੁੱਖ ਤੁਹਾਡੀ ਝੋਲੀ ਵਿੱਚ ਪੈ ਜਾਣਗੇ। ਸਤਿਗੁਰੂ ਜੀ ਕਹਿੰਦੇ, ਨਾਮ ਬਿਨਾ ਸੁਖ ਨਾਹੀਂ ਸਰ ਪਰ ਹਾਰਿਆ। ਨਾਮ ਤੋਂ ਬਿਨਾ ਸੁਖ ਨਹੀਂ ਮਿਲਦਾ। ਨਿਸ਼ਚੈ ਕਰਕੇ ਜਾਣੋ ਕਿ ਉਹ ਜੀਵ ਜੀਵਨ ਦੀ ਬਾਜੀ ਨੂੰ ਹਾਰ ਜਾਏਗਾ, ਜਿਹੜਾ ਨਾਮ ਨੂੰ ਛੱਡ ਕੇ ਤੇ ਹੋਰ ਕਿਸੇ ਵਸਤੂ ਵਿੱਚੋਂ ਸੁਖ ਲੱਭਦਾ ਹੈ। ਉਸ ਨੂੰ ਸੁਖ ਨਹੀਂ ਮਿਲੇਗਾ। ਜਿਨ੍ਹਾਂ ਨੇ ਪਰਮੇਸ਼ਰ ਨੂੰ ਧਿਆਇਆ ਹੈ, ਸਤਿਗੁਰੂ ਜੀ ਕਹਿੰਦੇ, ਉਹਨਾਂ ਨੇ ਹੀ ਸਦੀਵ ਕਾਲ ਰਹਿਣ ਵਾਲਾ ਸੁਖ ਪਾਇਆ ਹੈ। ਸਹਿਜੇ ਹੀ ਹਰ ਨਾਮ ਸਮਾਇਆ। ਉਹ ਸਹਿਜੇ ਹੀ ਹਰੀ ਦੇ ਨਾਮ ਵਿੱਚ ਸਮਾ ਜਾਂਦੇ ਨੇ। ਉਹਨਾਂ ਨੂੰ ਯਤਨ ਨਹੀਂ ਕਰਨਾ ਪੈਂਦਾ। ਅਡੋਲ ਅਵਸਥਾ ਦੇ ਵਿੱਚ, ਜਿਵੇਂ ਭੁੱਖ ਲੱਗੀ ਅਸੀਂ ਭੋਜਨ ਛਕ ਲਿਆ, ਪਿਆਸ ਲੱਗੀ ਅਸੀਂ ਪਾਣੀ ਪੀ ਲਿਆ, ਕੋਈ ਉਚੇਚ ਨਹੀਂ ਕਰਨਾ ਪੈਂਦਾ। ਇਸੇ ਤਰ੍ਹਾਂ ਉਹਨਾਂ ਨੂੰ ਸੱਚੇ ਨਾਮ ਦੀ ਭੁੱਖ ਲੱਗ ਗਈ ਅਤੇ ਉਹਨਾਂ ਨੇ ਪਰਮੇਸ਼ਰ ਵਾਹਿਗੁਰੂ ਨੂੰ ਧਿਆਇਆ। ਇਹ ਹੈ ਸਹਿਜ। ਸਹਿਜ ਦੇ ਵਿੱਚ ਉਹ ਪਰਮੇਸ਼ਰ ਵਾਹਿਗੁਰੂ ਨੂੰ ਧਿਆਉਂਦੇ ਨੇ ਅਤੇ ਹਰੀ ਦਾ ਨਾਮ ਜਿਹੜਾ ਹੈ ਉਹ ਹਿਰਦੇ ਵਿੱਚ ਵਸਾ ਲੈਂਦੇ ਨੇ। ਉਹਨਾਂ ਨੂੰ ਪਰਮੇਸ਼ਰ ਨਿਰੰਕਾਰ ਦੇ ਘਰ ਵਿੱਚੋਂ ਸਾਰੇ ਸੁੱਖ, ਸਾਰੀਆਂ ਸਹੂਲਤਾਂ ਪ੍ਰਾਪਤ ਹੁੰਦੀਆਂ ਨੇ। ਸਹਿਜ ਅਵਸਥਾ ਦੇ ਵਿੱਚ ਹੀ ਹਰੀ ਦਾ ਨਾਮ ਧਿਆਉਂਦੇ ਨੇ। ਉਹਨਾਂ ਨੂੰ ਯਤਨ ਕਰਨ ਦੀ ਲੋੜ ਨਹੀਂ ਪੈਂਦੀ। ਸਹਿਜੇ ਉਹਨਾਂ ਦੇ ਅੰਦਰੋਂ ਪਰਮੇਸ਼ਰ ਦਾ ਨਾਮ ਜਿਹੜਾ ਨਿਕਲਦਾ ਹੈ। ਕਿਉਂਕਿ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਕਿ ਜੇ ਕੋਈ ਆਦਮੀ ਆਪਣੀ ਮਰਜ਼ੀ ਦੇ ਨਾਲ ਜਾਂ ਜ਼ਬਰਦਸਤੀ ਉਸ ਪਰਮੇਸ਼ਰ ਦੇ ਨਾਮ ਨੂੰ ਜਪਣ ਦਾ ਯਤਨ ਕਰੇ ਤੇ ਮਨ ਟਿਕੇਗਾ ਨਹੀਂ। ਜੇ ਸਹਿਜ ਅਵਸਥਾ ਪ੍ਰਾਪਤ ਹੋ ਜਾਵੇ, ਅਡੋਲ ਅਵਸਥਾ, ਤੇ ਫਿਰ ਮਨ ਕਿਸੇ ਪਾਸੇ ਦੌੜੇਗਾ ਨਹੀਂ। ਉਹ ਗੁਰੂ ਦੇ ਚਰਨਾਂ ਵਿੱਚ ਟਿਕਿਆ ਰਹੇਗਾ। ਐਸੀ ਅਵਸਥਾ ਦੇ ਵਿੱਚ ਪਹੁੰਚ ਕੇ ਗੁਰਮੁਖਾਂ ਨੇ ਹਰੀ ਪ੍ਰਮਾਤਮਾ ਦੇ ਨਾਮ ਨੂੰ ਸਹਿਜ ਅਵਸਥਾ ਦੇ ਵਿੱਚ ਹੀ ਧਿਆਉਣਾ ਕੀਤਾ ਹੈ। ਤੂੰ ਆਪੇ ਕਰਤਾ, ਤੇਰਾ ਕੀਆ ਸਭ ਹੋਏ। ਹੇ ਪ੍ਰਭੂ, ਤੂੰ ਆਪ ਹੀ ਕਰਤਾ ਹੈ, ਸਭ ਕੁਝ ਕਰਨਹਾਰ ਹੈ, ਅਤੇ ਤੇਰਾ ਕੀਤਾ ਹੀ ਸਭ ਕੁਝ ਹੁੰਦਾ ਹੈ। ਪਹਿਲਾਂ ਵੀ ਹੁੰਦਾ ਸੀ, ਅੱਜ ਵੀ ਹੁੰਦਾ ਹੈ, ਅਤੇ ਅੱਗੇ ਆਉਣ ਵਾਲੇ ਸਮੇਂ ਵਿੱਚ ਵੀ ਤੇਰਾ ਹੀ ਸਾਰੇ ਪਾਸੇ ਹੁਕਮ ਚੱਲੇਗਾ, ਤੇਰਾ ਕੀਤਾ ਹੀ ਹੋਵੇਗਾ। ਸਤਿਗੁਰੂ ਜੀ ਨੇ ਸਾਨੂੰ ਇਸੇ ਕਰਕੇ ਸਮਝਾਇਆ ਹੈ, ਕਬੀਰ ਜੋ ਮੈਂ ਚਿਤਵੋ ਨਾ ਕਰੇ, ਕਿਆ ਮੇਰੇ ਚਿਤਵੇ ਹੋਏ। ਆਪਣਾ ਚਿਤਵਿਆ ਹਰ ਕਰੇ, ਜੋ ਮੇਰੇ ਚਿਤ ਨਾ ਹੋਏ। ਮੈਂ ਕੀ ਚਿਤਵਾਂ, ਕੀ ਚਿੰਤਾ ਕਰਾਂ, ਕੀ ਸੋਚ ਵਿਚਾਰ ਕਰਾਂ। ਮੇਰਾ ਚੇਤਿਆ ਤੇ ਕੁਝ ਹੁੰਦਾ ਨਹੀਂ। ਜੋ ਪਰਮੇਸ਼ਰ ਚਿਤਵਦਾ ਹੈ ਨਾ, ਜੋ ਉਹਦੀ ਮਰਜ਼ੀ ਹੁੰਦੀ ਹੈ ਉਹ ਹੁੰਦਾ ਹੈ। ਜੋ ਜੀਵ ਚਾਹੁੰਦਾ ਹੈ ਉਹ ਨਹੀਂ ਹੁੰਦਾ। ਇਸ ਕਰਕੇ ਸਤਿਗੁਰੂ ਜੀ ਨੇ ਸਾਨੂੰ ਸਮਝਾਇਆ ਹੈ ਕਿ ਚਿੰਤਾ ਨੂੰ ਛੱਡ ਕੇ ਤੇ ਤੁਸੀਂ ਚਿੰਤਨ ਕਰੋ, ਉਸ ਪਰਮੇਸ਼ਰ ਵਾਹਿਗੁਰੂ ਦਾ ਨਾਮ ਜਪੋ। ਇਹ ਚਿੰਤਾ ਜਿਹੜੀ ਆ ਉਹ ਪਰਮੇਸ਼ਰ ਤੁਹਾਡੀ ਆਪ ਕਰ ਰਿਹਾ ਹੈ। ਕਿਉਂਕਿ ਇਸ ਗੱਲ ਨੂੰ ਜਿਹੜਾ ਆਦਮੀ ਸਮਝ ਜਾਂਦਾ ਹੈ ਉਹ ਫਿਰ ਚਿੰਤਾ ਤੋਂ ਮੁਕਤ ਹੋ ਜਾਂਦਾ। ਉਹਨੂੰ ਸਮਝ ਆ ਜਾਂਦੀ ਹੈ ਗੁਰਬਾਣੀ ਦੇ ਰਾਹੀਂ ਕਿ ਸੋ ਕਰਤਾ ਚਿੰਤਾ ਕਰੇ ਜਿਹਨੇ ਉਹ ਪਾਇਆ ਜਗ। ਉਹ ਕਰਤਾ ਪੁਰਖ ਆਪ ਚਿੰਤਾ ਕਰਦਾ ਹੈ। ਸਾਰਿਆਂ ਦੀ ਉਸ ਨੂੰ ਚਿੰਤਾ ਹੈ, ਸਾਰਿਆਂ ਦਾ ਉਸ ਨੂੰ ਫਿਕਰ ਹੈ।
ਸਾਰੇ ਜੀਵਾਂ ਨੂੰ ਰੋਜੀ ਰੋਟੀ ਉਸਨੇ ਦੇਣੀ ਹੈ, ਸਭ ਦੀ ਪਾਲਣਾ ਉਹਨੇ ਕਰਨੀ ਹੈ। ਤੇ ਤੁਹਾਡਾ ਕੰਮ ਚਿੰਤਾ ਕਰਨਾ ਨਹੀਂ, ਤੁਸੀਂ ਉਸ ਦਾ ਚਿੰਤਨ ਕਰੋ, ਉਸ ਪਰਮੇਸ਼ਰ ਦਾ ਆਰਾਧਨ ਕਰੋ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਭਾਈ, ਉਹ ਕਰਤਾ ਪੁਰਖ ਜੋ ਕਰਦਾ ਹੈ ਉਹੀ ਕੁਝ ਹੁੰਦਾ ਹੈ, ਤੇ ਉਹੀ ਕੁਝ ਅੱਗੇ ਆਉਣ ਵਾਲੇ ਸਮੇਂ ਵਿੱਚ ਵੀ ਹੋਵੇਗਾ। ਤੁਧ ਬਿਨ ਦੂਜਾ ਅਵਰ ਨਾ ਕੋਏ। ਹੇ ਪ੍ਰਭੂ, ਤੇਰੇ ਤੋਂ ਬਿਨਾ ਦੂਜਾ ਹੋਰ ਕੋਈ ਨਹੀਂ ਹੈ, ਤੂੰ ਆਪ ਹੀ ਸਭ ਕੁਝ ਹੈ। ਤੇਰੇ ਤੋਂ ਬਿਨਾ ਦੂਜਾ ਤੀਜਾ ਹੋਰ ਕੋਈ ਨਹੀਂ। ਤੂੰ ਆਪ ਹੀ ਸਿਰਜਣਹਾਰ ਹੈ, ਆਪ ਹੀ ਤੂੰ ਪਾਲਣਾ ਕਰਨ ਵਾਲਾ ਹੈ, ਤੇ ਆਪ ਹੀ ਜੀਵਾਂ ਦਾ ਖਾਤਮਾ ਕਰਨ ਵਾਲਾ। ਇਹ ਸਾਰੇ ਕਾਰਜ ਤੇਰੇ ਤੋਂ ਹੋ ਰਹੇ ਨੇ, ਤੇ ਤੂੰ ਹੀ ਜੀਵਾਂ ਨੂੰ ਬਖਸ਼ਣਹਾਰ ਹੈ। ਜਿਹੜੇ ਵੱਡੇ ਵੱਡੇ ਗੁਨਾਹ ਕਰਦੇ ਨੇ ਉਹਨਾਂ ਨੂੰ ਬਖਸ਼ਣ ਦੀ ਸਮਰੱਥਾ ਵੀ ਕੇਵਲ ਤੇਰੇ ਵਿੱਚ ਹੈ। ਇਸ ਕਰਕੇ ਹੇ ਪ੍ਰਭੂ, ਤੇਰੇ ਤੋਂ ਬਿਨਾ ਦੂਜਾ ਹੋਰ ਕੋਈ ਨਹੀਂ ਹੈ। ਤੂੰ ਆਪਣੇ ਆਪ ਵਰਗਾ ਆਪ ਹੀ ਹੈ। ਕਹਿੰਦੇ ਨੇ ਕਿ ਰੱਬ ਨੇ ਸਭ ਕੁਝ ਬਣਾਇਆ ਹੈ। ਇੱਕ ਗੱਲ ਮੈਨੂੰ ਗਿਆਨੀ ਸੰਤ ਸਿੰਘ ਮੁਸ਼ਕੀਨ ਦੀ ਬੜੀ ਚੰਗੀ ਲੱਗੀ। ਉਹ ਕਥਾ ਦੇ ਵਿੱਚ ਕਹਿੰਦੇ ਨੇ ਕਿ ਭਾਵੇਂ ਪਰਮੇਸ਼ਰ ਸਭ ਕੁਝ ਕਰਨ ਦੀ ਸਮਰੱਥਾ ਰੱਖਦਾ ਹੈ, ਪਰ ਇੱਕ ਕੰਮ ਪ੍ਰਮਾਤਮਾ ਦੇ ਕੋਲੋਂ ਵੀ ਨਹੀਂ ਹੁੰਦਾ। ਉਹ ਕੰਮ ਕਿਹੜਾ ਹੈ? ਉਹ ਕਹਿੰਦੇ ਸਨ ਕਿ ਪਰਮਾਤਮਾ ਆਪਣੇ ਵਰਗਾ ਦੂਜਾ ਹੋਰ ਕੋਈ ਪਰਮਾਤਮਾ ਨਹੀਂ ਬਣਾ ਸਕਦਾ। ਉਹ ਆਪਣੇ ਆਪ ਵਰਗਾ ਆਪ ਹੀ ਹੈ। ਇਹ ਬਿਲਕੁਲ ਸੱਚ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਕਿ ਉਹ ਪਰਮੇਸ਼ਰ ਵਾਹਿਗੁਰੂ ਇੱਕ ਹੈ, ਉਹਦੇ ਤੋਂ ਬਿਨਾ ਦੂਜਾ ਹੋਰ ਕੋਈ ਨਹੀਂ। ਉਹ ਆਪਣੇ ਆਪ ਵਰਗਾ ਆਪ ਹੀ ਹੈ। ਅਸੀਂ ਉਹਦੀ ਕਿਸੇ ਨਾਲ ਤਸਬੀਹ ਨਹੀਂ ਦੇ ਸਕਦੇ। ਜਿਵੇਂ ਸੂਰਜ ਹੈ, ਤੇ ਸੂਰਜ ਨੂੰ ਅਸੀਂ ਕਿਹਦੇ ਨਾਲ ਤੁਲਨਾ ਦਿਆਂਗੇ? ਕੀ ਆਖਾਂਗੇ ਕਿ 1000 ਵਾਟ ਦੇ ਬਲਬ ਵਰਗਾ ਹੈ? ਉਹਦੇ ਕੋਲ ਤੇ ਲੱਖਾਂ ਕਰੋੜਾਂ ਬਲਬਾਂ ਦੀ ਰੋਸ਼ਨੀ ਹੈ। ਸੋਨੇ ਦੇ ਗਹਿਣੇ ਨੇ, ਤੇ ਉਹਨਾਂ ਨੂੰ ਅਸੀਂ ਕਿਹਦੇ ਨਾਲ ਤੁਲਨਾ ਦਿਆਂਗੇ? ਕੀ ਆਖਾਂਗੇ ਲੋਹੇ ਵਰਗੇ ਨੇ, ਪਿੱਤਲ ਵਰਗੇ ਨੇ, ਸੋਨੇ ਤੋਂ ਉੱਪਰ ਤੇ ਹੋਰ ਕੁਝ ਹੈ ਹੀ ਨਹੀਂ। ਹੀਰੇ ਨੂੰ ਕਿਹਦੇ ਨਾਲ ਤਸਬੀਹ ਦਿਆਂਗੇ? ਹੀਰਾ ਤੇ ਆਪਣੇ ਆਪ ਵਰਗਾ ਆਪ ਹੀ ਹੈ। ਇਸੇ ਤਰ੍ਹਾਂ ਪਰਮੇਸ਼ਰ ਵਾਹਿਗੁਰੂ ਆਪਣੇ ਆਪ ਵਰਗਾ ਆਪ ਹੀ ਹੈ। ਉਹਦੀ ਕਿਸੇ ਨਾਲ ਵੀ ਤੁਲਨਾ ਨਹੀਂ ਕੀਤੀ ਜਾ ਸਕਦੀ, ਕਿਸੇ ਨਾਲ ਉਸ ਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ। ਉਹ ਪਰਮੇਸ਼ਰ ਵਾਹਿਗੁਰੂ ਆਪਣੇ ਆਪ ਵਰਗਾ ਆਪ ਹੀ ਆ। ਹੇ ਵਾਹਿਗੁਰੂ, ਤੇਰੇ ਤੋਂ ਬਿਨਾ ਦੂਜਾ ਹੋਰ ਕੋਈ ਪਰਮੇਸ਼ਰ ਪਰਮਾਤਮਾ ਨਹੀਂ ਹੈ। ਤੂੰ ਕਰ ਕਰ ਵੇਖੈ ਜਾਣੈ ਸੋਏ। ਹੇ ਪ੍ਰਭੂ, ਤੂੰ ਸਭ ਕੁਝ ਕਰ ਕਰਕੇ ਤੇ ਫਿਰ ਵੇਖਦਾ ਵੀ ਹੈ। ਤੂੰ ਦੇਖਭਾਲ ਵੀ ਕਰਦਾ ਹੈ। ਇਹ ਨਹੀਂ ਕਿ ਜੀਵਾਂ ਨੂੰ ਸਿਰਜ ਦਿੱਤਾ ਹੈ, ਬਣਾ ਦਿੱਤਾ ਹੈ, ਤੇ ਫਿਰ ਉਹਨਾਂ ਦੀ ਪਾਲਣਾ ਨਹੀਂ ਕਰਦਾ, ਉਹਨਾਂ ਦੀ ਸੰਭਾਲ ਨਹੀਂ ਕਰਦਾ। ਤੂੰ ਉਹਨਾਂ ਨੂੰ ਵੇਖਦਾ ਵੀ ਹੈ ਕਿ ਉਹ ਕੀ ਕਰ ਰਹੇ ਨੇ, ਚੰਗਾ ਕੰਮ ਕਰਦੇ ਨੇ, ਮਾੜਾ ਕਰਦੇ ਨੇ, ਭਲਾ ਕਰਦੇ ਨੇ, ਬੁਰਾ ਕਰਦੇ ਨੇ, ਉਹ ਕੀ ਕਰਦੇ ਨੇ। ਤੂੰ ਸਾਰਿਆਂ ਨੂੰ ਵੇਖ ਰਿਹਾ ਹੈ। ਸਦ ਸੁਣਦਾ, ਸਦ ਵੇਖਦਾ, ਸ਼ਬਦ ਰਹਿਆ ਭਰਪੂਰ। ਉਹ ਪਰਮੇਸ਼ਰ ਸਦਾ ਹੀ ਸਾਡੀ ਅੰਦਰ ਦੀ ਗੱਲ ਨੂੰ ਸੁਣਦਾ ਵੀ ਹੈ, ਤੇ ਸਾਡੇ ਕੀਤੇ ਹੋਏ ਗੁਪਤ ਕੰਮਾਂ ਨੂੰ ਵੇਖਦਾ ਵੀ ਹੈ। ਸ਼ਬਦ ਦੇ ਰੂਪ ਵਿੱਚ ਉਹ ਪਰਿਪੂਰਨ ਹੈ, ਸਾਰੀਆਂ ਥਾਵਾਂ 'ਤੇ ਰਮਿਆ ਹੋਇਆ ਹੈ। ਜਿੱਥੇ ਅਸੀਂ ਕਹਿੰਦੇ ਹਾਂ ਨਾ ਸਾਨੂੰ ਕੋਈ ਨਹੀਂ ਵੇਖਦਾ, ਉੱਥੇ ਵੀ ਪਰਮੇਸ਼ਰ ਸਾਨੂੰ ਦੇਖ ਰਿਹਾ ਹੁੰਦਾ ਹੈ। ਉਹਦੀ ਪਹੁੰਚ ਸਾਰੇ ਥਾਵਾਂ 'ਤੇ ਹੈ। ਭਾਵੇਂ ਅਸੀਂ ਕਿਤੇ ਵੀ ਹੋਈਏ, ਭਾਵੇਂ ਕਿੰਨੇ ਪਰਦਿਆਂ ਦੇ ਵਿੱਚ ਰਹਿ ਕੇ ਅਸੀਂ ਪਾਪ ਕਰਮ ਕਰੀਏ, ਉਹ ਸਭ ਕੁਝ ਜਾਣਦਾ ਹੈ। ਜਿੱਥੇ ਕਾਨੂੰਨ ਦੀ ਨਿਗਾਹ ਨਹੀਂ ਜਾਂਦੀ, ਸਮਾਜ ਦੀ ਨਿਗਾਹ ਨਹੀਂ ਜਾਂਦੀ, ਉੱਥੇ ਪਰਮੇਸ਼ਰ ਵਾਹਿਗੁਰੂ ਦੀ ਨਿਗਾਹ ਜਾਂਦੀ ਹੈ। ਉਹ ਸਾਰੇ ਜੀਵਾਂ ਨੂੰ ਕਰਕੇ ਬਣਾ ਕੇ ਸਿਰਜ ਕੇ ਉਹਨਾਂ ਨੂੰ ਵੇਖ ਵੀ ਰਿਹਾ ਹੈ, ਤੇ ਜਾਣੇ ਸੋਏ ਉਹ ਸਾਰਿਆਂ ਦੀ ਚੰਗੀ ਮਾੜੀ ਨੀਅਤ ਨੂੰ ਵੀ ਜਾਣਦਾ ਹੈ। ਸਾਡੇ ਅੰਦਰ ਕੀ ਹੈ, ਤੁਹਾਡੇ ਅੰਦਰ ਕੀ ਚੱਲਦਾ ਮੈਨੂੰ ਨਹੀਂ ਪਤਾ, ਮੇਰੇ ਅੰਦਰ ਕੀ ਚੱਲ ਰਿਹਾ ਤੁਹਾਨੂੰ ਨਹੀਂ ਪਤਾ। ਮੇਰੀ ਨੀਅਤ ਕੀ ਹੈ, ਭਲੀ ਹੈ ਜਾਂ ਬੁਰੀ ਹੈ, ਇਹ ਕਿਸੇ ਨੂੰ ਕੋਈ ਪਤਾ ਨਹੀਂ। ਪਰ ਪਰਮੇਸ਼ਰ ਦੇ ਕੋਲੋਂ ਕੋਈ ਵੀ ਗੱਲ ਲੁਕੀ ਛਿਪੀ ਨਹੀਂ, ਗੁੱਝੀ ਛੰਨੀ ਨਾ ਹੀ ਬਾਤ। ਕੋਈ ਵੀ ਸਾਡੀ ਜਿਹੜੀ ਗੱਲ ਹੈ ਨਾ, ਉਹ ਗੁਪਤ ਨਹੀਂ ਰਹਿ ਸਕਦੀ। ਪਰਮੇਸ਼ਰ ਸਭ ਨੂੰ ਜਾਣਦਾ ਹੈ। ਸਾਰਿਆਂ ਦੀਆਂ ਅੰਦਰਲੀਆਂ ਜਿਹੜੀਆਂ ਗੱਲਾਂ ਨੇ, ਅੰਦਰ ਦੀ ਜੋ ਵਿਚਾਰ ਹੈ, ਉਸ ਨੂੰ ਚੰਗੀ ਤਰ੍ਹਾਂ ਉਹ ਜਾਣਦਾ ਹੈ, ਚੰਗੀ ਤਰ੍ਹਾਂ ਸਮਝਦਾ ਹੈ। ਜਨ ਨਾਨਕ ਗੁਰਮੁਖ ਪ੍ਰਗਟ ਹੋਏ।
ਤੇ ਭਾਈ ਜਿਹੜੇ ਗੁਰਮੁਖ ਹੁੰਦੇ ਨੇ ਉਹ ਜਗਤ ਦੇ ਵਿੱਚ ਪ੍ਰਗਟ ਹੋ ਜਾਂਦੇ ਨੇ। ਜਿਵੇਂ ਸਤਿਗੁਰੂ ਮਹਾਰਾਜ ਜੀ ਕਹਿੰਦੇ, ਹਰਿ ਕਾ ਭਗਤ ਪ੍ਰਗਟ ਨਹੀਂ ਛਪੈ। ਹਰੀ ਦਾ ਜਿਹੜਾ ਭਗਤ ਹੈ ਨਾ, ਗੁਰਮੁਖ ਸੰਤ ਜਨ ਨਾਮ ਦਾ ਰਸ਼ੀਆ, ਉਹ ਪ੍ਰਗਟ ਹੈ, ਸਾਰਿਆਂ ਨੂੰ ਪਤਾ ਲੱਗ ਜਾਂਦਾ, ਉਹ ਮਸ਼ਹੂਰ ਹੋ ਜਾਂਦਾ, ਉੱਘਾ ਹੋ ਜਾਂਦਾ ਹੈ। ਜਿਵੇਂ ਫੁੱਲਾਂ ਦੀ ਖੁਸ਼ਬੂ ਸੁਗੰਧੀ ਉਹ ਆਪਣੇ ਆਪ ਹੀ ਪ੍ਰਗਟ ਹੋ ਜਾਂਦੀ ਹੈ। ਉਹਨਾਂ ਨੂੰ ਕੋਈ ਅਨਾਊਂਸਮੈਂਟ ਨਹੀਂ ਕਰਵਾਉਣੀ ਪੈਂਦੀ। ਫੁੱਲ ਖਿੜਿਆ ਹੋਵੇ ਤੇ ਕੋਈ ਇਸ਼ਤਿਹਾਰ ਨਹੀਂ ਦੇਣਾ ਪੈਂਦਾ, ਕੋਈ ਉਹਨਾਂ ਨੂੰ ਪ੍ਰਚਾਰ ਨਹੀਂ ਕਰਨਾ ਪੈਂਦਾ। ਫੁੱਲ ਦੇ ਵਿੱਚ ਸੁਗੰਧੀ ਹੋਵੇ, ਖਿੜਿਆ ਹੋਵੇ, ਤੇ ਭੌਰੇ ਆਪਣੇ ਆਪ ਹੀ ਉਹਦੇ ਉੱਪਰ ਆ ਕੇ ਗੁੰਜਾਰਾ ਪਾਉਂਦੇ ਨੇ, ਆਪਣੇ ਆਪ ਹੀ ਉਹਦੇ ਉੱਪਰ ਆ ਕੇ ਗੀਤ ਗਾਉਂਦੇ ਨੇ, ਸੁਗੰਧੀ ਦਾ ਰਸ ਮਾਣਦੇ ਨੇ। ਇਸੇ ਤਰ੍ਹਾਂ ਜਿਹੜਾ ਗੁਰਮੁਖ ਹੈ ਨਾ, ਜਿਹਦੇ ਕੋਲ ਰੱਬੀ ਗੁਣ ਨੇ, ਜਿਹਦੇ ਕੋਲ ਗੁਰੂ ਦੀ ਰਹਿਤ ਹੈ, ਗੁਰੂ ਸਾਹਿਬ ਦੇ ਦੱਸੇ ਹੋਏ ਨਿਯਮ ਸਿਧਾਂਤ ਉਹਦੇ ਕੋਲ ਨੇ, ਉਹ ਵੀ ਇਸ ਸੰਸਾਰ ਦੇ ਵਿੱਚ ਪ੍ਰਗਟ ਹੋ ਜਾਂਦਾ ਹੈ। ਉਹ ਆਪਣੇ ਆਪ ਨੂੰ ਜਿੰਨਾ ਮਰਜ਼ੀ ਛਪਾਉਣ ਦਾ ਯਤਨ ਕਰੇ, ਉਹ ਛੁਪ ਨਹੀਂ ਸਕਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ, ਜਿਹੜਾ ਉਸ ਰੱਬੀ ਰੰਗ ਦੇ ਵਿੱਚ ਰੰਗਿਆ ਗਿਆ, ਜਿਹੜਾ ਪਰਮੇਸ਼ਰ ਦੇ ਪਿਆਰ ਦੇ ਵਿੱਚ ਡੁੱਬ ਗਿਆ ਹੈ, ਉਹ ਗੁਰਮੁਖ ਹੈ ਜੋ ਗੁਰੂ ਦੇ ਦੱਸੇ ਰਸਤੇ ਉੱਤੇ ਚੱਲਦਾ ਹੈ। ਤੇ ਗੁਰੂ ਦਾ ਰਸਤਾ ਕੀ ਹੈ? ਗੁਣਾਂ ਦੇ ਧਾਰਨੀ ਬਣਨਾ ਤੇ ਅਵਗੁਣਾਂ ਦਾ ਤਿਆਗ ਕਰਨਾ, ਰਹਿਤਾਂ ਦੇ ਧਾਰਨੀ ਬਣਨਾ ਤੇ ਕੁਰਹਿਤਾਂ ਦਾ ਤਿਆਗ ਕਰਨਾ, ਨਸ਼ਿਆਂ ਦਾ ਤਿਆਗ ਕਰਨਾ ਤੇ ਅੰਮ੍ਰਿਤ ਧਾਰੀ ਬਣਨਾ, ਹੋਰ ਸਾਰੀਆਂ ਮਨਮਤਾਂ ਛੱਡ ਕੇ ਤੇ ਗੁਰੂ ਦੇ ਸ਼ਬਦ ਨਾਲ ਸਾਂਝ ਬਣਾਉਣੀ, ਗੁਰੂ ਦੇ ਸ਼ਬਦ ਤੋਂ ਸੇਧ ਲੈਣੀ, ਆਪਣੇ ਜੀਵਨ ਦੇ ਵਿੱਚ ਕੋਈ ਵੀ ਕਾਰਜ ਕਰਨਾ ਹੈ ਤੇ ਅਸੀਂ ਕਿਸੇ ਹੋਰ ਦੇ ਕੋਲੋਂ ਨਹੀਂ ਪੁੱਛਣਾ। ਕਈ ਕਹਿੰਦੇ ਨੇ ਜੀ ਸਿਆਣੇ ਬੰਦੇ ਕੋਲੋਂ ਪੁੱਛ ਲਓ, ਤੇ ਗੁਰੂ ਤੋਂ ਸਿਆਣਾ ਕੌਣ ਹੈ? ਕਿਸੇ ਨੇ ਸਿਆਣਾ ਪੰਡਤ ਨੂੰ ਬਣਾਇਆ ਹੋਇਆ ਹੈ, ਕਿਸੇ ਨੇ ਜੋਤਸ਼ੀ ਨੂੰ ਬਣਾਇਆ ਹੋਇਆ ਹੈ, ਕਿਸੇ ਨੇ ਕਿਸੇ ਹੋਰ ਬਾਬੇ ਨੂੰ ਉਹਨੇ ਸਿਆਣਾ ਸਮਝਿਆ ਹੋਇਆ ਹੈ, ਉਹਨਾਂ ਦੇ ਕੋਲੋਂ ਪੁੱਛ ਕੇ ਕੰਮ ਕਰਦੇ ਨੇ। ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਤੁਸੀਂ ਸ਼ਬਦ ਦੇ ਕੋਲੋਂ ਪੁੱਛੋ, ਆਪਣੇ ਗੁਰੂ ਦੇ ਕੋਲੋਂ ਪੁੱਛੋ। ਜੇ ਕੀ ਬਿਰਥਾ ਹੋਏ ਸੋ ਗੁਰ ਪਹਿ ਅਰਦਾਸ ਕਰ। ਜੇ ਕੋਈ ਤੁਹਾਡੀ ਬਿਰਥਾ ਹੈ, ਜੇ ਕੋਈ ਤੁਹਾਡੀ ਪੀੜਾ ਹੈ, ਜੇ ਕੋਈ ਤੁਹਾਨੂੰ ਦੁੱਖ ਤਕਲੀਫ ਹੈ, ਤੇ ਕੇਵਲ ਆਪਣੇ ਗੁਰੂ ਦੇ ਅੱਗੇ ਅਰਦਾਸ ਕਰੋ। ਕਿਸੇ ਹੋਰ ਦੇ ਕੋਲ ਜਾ ਕੇ ਆਪਣਾ ਰੋਣਾ ਨਹੀਂ ਰੋਣਾ, ਕਿਸੇ ਹੋਰ ਦੇ ਅੱਗੇ ਜਾ ਕੇ ਅਰਦਾਸ ਨਹੀਂ ਕਰਨੀ, ਕਿਉਂਕਿ ਹੋਰ ਕੋਈ ਸਾਡੀ ਸੁਣਦਾ ਹੀ ਨਹੀਂ, ਨਾ ਕੋਈ ਸੁਣ ਸਕਦਾ ਹੈ। ਆਪਣਾ ਜਿਹੜਾ ਗੁਰੂ ਹੈ ਉਹੀ ਸਾਡਾ ਦੁੱਖ ਸੁੱਖ ਜਿਹੜਾ ਸੁਣਦਾ ਹੈ, ਸਾਡੀ ਇੱਛਾ ਪੂਰੀ ਕਰਦਾ ਹੈ, ਸਾਡੇ ਮਸਲੇ ਹੱਲ ਕਰਦਾ ਹੈ, ਸਾਡੀ ਪੀੜਾ ਨੂੰ ਦੂਰ ਕਰਦਾ ਹੈ, ਸਾਡੇ ਜੀਵਨ ਨੂੰ ਸਫਲ ਕਰਦਾ ਹੈ। ਇਸ ਕਰਕੇ ਸਤਿਗੁਰੂ ਜੀ ਨੇ ਆਖਿਆ ਹੈ, ਇੱਕ ਦੇ ਨਾਲ ਜੁੜੋ ਜਿਹੜਾ ਨੇਹ ਕਲੰਕ ਹੈ। ਦੁਨੀਆ ਦੇ ਬੜੇ ਬੜੇ ਲੋਕ ਜਿਨ੍ਹਾਂ ਨੂੰ ਲੋਕ ਰੱਬ ਕਰਕੇ ਪੂਜਦੇ ਸਨ, ਗੁਰੂ ਕਰਕੇ ਮੰਨਦੇ ਸਨ, ਅੱਜ ਉਹ ਕਿੱਥੇ ਨੇ? ਕਿਉਂਕਿ ਦੇਹ ਜਿਹੜੀ ਹੈ ਉਹਨੂੰ ਕਿਸੇ ਵੇਲੇ ਵੀ ਕਲੰਕ ਲੱਗ ਸਕਦਾ ਹੈ, ਕਿਸੇ ਵੇਲੇ ਵੀ ਇਹਨੂੰ ਦੋਸ਼ ਲੱਗ ਸਕਦਾ ਹੈ। ਪਰ ਸ਼ਬਦ ਜਿਹੜਾ ਹੈ ਉਹ ਨੇਹ ਕਲੰਕ ਹੈ। ਸ਼ਬਦ ਦੇ ਉੱਤੇ ਅੱਜ ਤੱਕ ਕੋਈ ਕਲੰਕ ਨਹੀਂ ਲੱਗ ਸਕਿਆ, ਅੱਜ ਤੱਕ ਕੋਈ ਦੋਸ਼ ਨਹੀਂ ਲੱਗ ਸਕਿਆ। ਇਸ ਕਰਕੇ ਸਤਿਗੁਰੂ ਜੀ ਨੇ ਆਖਿਆ ਹੈ ਕਿ ਦੇਹਾਂ ਦੇ ਨਾਲ ਨਹੀਂ ਜੁੜਨਾ। ਦੁਨੀਆ ਕਿਉਂਕਿ ਤਿਲਕਣਬਾਜ਼ੀ ਹੈ, ਕਿਸੇ ਵੇਲੇ ਵੀ ਦੇਹ ਤਿਲਕ ਕੇ ਤੇ ਵਿਕਾਰਾਂ ਦੇ ਅਵਗੁਣਾਂ ਦੇ ਖੂਹ ਵਿੱਚ ਡਿੱਗ ਸਕਦੀ ਹੈ। ਤੇ ਫਿਰ ਜਿਹੜੇ ਉਹਨੂੰ ਮੰਨਣ ਵਾਲੇ ਨੇ ਉਹ ਕਿੱਧਰ ਜਾਣਗੇ? ਉਹਨਾਂ ਦੀ ਸ਼ਰਧਾ, ਉਹਨਾਂ ਦਾ ਧਰਮ, ਉਹਨਾਂ ਦੀ ਮਰਜ਼ਾਦਾ ਢਹਿ ਢੇਰੀ ਹੋ ਜਾਵੇਗੀ। ਤੇ ਸਤਿਗੁਰੂ ਜੀ ਕਹਿੰਦੇ ਤੂੰ ਸ਼ਬਦ ਨਾਲ ਜੁੜ, ਸ਼ਬਦ ਨਾਲ ਜੁੜੇਗਾ ਤੇ ਫਿਰ ਤੈਨੂੰ ਕਦੇ ਪਛਤਾਉਣਾ ਨਹੀਂ ਪਵੇਗਾ, ਤੈਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਹੀਂ ਹੋਵੇਗੀ। ਤੂੰ ਇਹ ਨਹੀਂ ਆਖੇਂਗਾ ਕਿ ਮੈਂ ਕਿਹੋ ਜਿਹਾ ਗੁਰੂ ਧਾਰਨ ਕਰ ਲਿਆ, ਮੈਂ ਤੈਨੂੰ ਰੱਬ ਸਮਝਿਆ ਸੀ, ਉਹ ਤੇ ਠੱਗ ਨਿਕਲਿਆ, ਉਹ ਤੇ ਚੋਰ ਨਿਕਲਿਆ, ਦੁਰਾਚਾਰੀ ਨਿਕਲਿਆ। ਇਸ ਤਰ੍ਹਾਂ ਨਹੀਂ ਕਹਿਣਾ ਪਵੇਗਾ। ਸ਼ਬਦ ਗੁਰੂ ਦਾ ਸਿਧਾਂਤ ਸਾਨੂੰ ਸਤਿਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ। ਗੁਰੂ ਨਾਨਕ ਦੇਵ ਤੋਂ ਲੈ ਕੇ 10 ਗੁਰੂ ਸਾਹਿਬਾਨ ਸ਼ਬਦ ਦੇ ਨਾਲ ਹੀ ਆਪ ਜੁੜੇ ਸਨ ਤੇ ਸ਼ਬਦ ਦੇ ਨਾਲ ਹੀ ਉਹ ਮਨੁੱਖਤਾ ਨੂੰ ਜੋੜਦੇ ਰਹੇ। ਉਹਨਾਂ ਨੇ ਸਾਨੂੰ ਵੀ ਸ਼ਬਦ ਦੇ ਲੜ ਲਾਇਆ ਤੇ ਆਖਿਆ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਾਡੇ ਗੁਰੂ ਨੇ, ਸਾਡੇ ਰਹਿਬਰ ਨੇ,
ਸਾਡੇ ਦੁੱਖ ਸੁੱਖ ਦੇ ਭਾਈਵਾਲ ਨੇ। ਇਸ ਕਰਕੇ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਜੁੜਨਾ ਹੈ ਤੇ ਆਪਣੇ ਜੀਵਨ ਨੂੰ ਸਫਲ ਕਰਨਾ ਹੈ। ਗੁਰਮੁਖਾਂ ਦਾ ਇਹ ਜਿਹੜਾ ਉਪਰਾਲਾ ਹੈ ਬਹੁਤ ਹੀ ਸ਼ਲਾਘਾਯੋਗ ਹੈ। ਗੁਰਬਾਣੀ ਦੀ ਲੜੀਵਾਰ ਕਥਾ ਇੱਥੇ ਆਰੰਭ ਕੀਤੀ ਗਈ ਹੈ। ਸਾਰੀ ਸੰਗਤ ਦਾ ਧੰਨਵਾਦ, ਜਿਹੜੇ ਪ੍ਰਬੰਧਕਾਂ ਨੇ ਉਪਰਾਲਾ ਕੀਤਾ ਉਹਨਾਂ ਦਾ ਵੀ ਧੰਨਵਾਦ, ਔਰ ਖਾਸ ਕਰਕੇ ਫਤਿਹ ਚੈਨਲ ਟੀਵੀ ਵਾਲਿਆਂ ਦਾ ਵੀ ਧੰਨਵਾਦ, ਜਿਹੜੇ ਸਾਰੀ ਰਿਕਾਰਡਿੰਗ ਕਰਕੇ ਤੇ ਫਿਰ ਉਹ ਟੀਵੀ ਚੈਨਲ ਦੇ ਉੱਤੇ ਸੁਣਾਉਂਦੇ ਨੇ। ਸੰਗਤਾਂ ਤੱਕ ਦੂਰ ਦੂਰ ਤੱਕ ਇਹ ਕਥਾ ਪਹੁੰਚਦੀ ਹੈ। ਸਤਿਗੁਰੂ ਮਹਾਰਾਜ ਜੀ ਸਾਰਿਆਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਇੱਕ ਦਿਨ ਦੀ ਹਾਜ਼ਰੀ ਸੀ, ਸੱਚੇ ਪਾਤਸ਼ਾਹ ਜੀ ਪ੍ਰਵਾਨ ਕਰਨ। ਫਿਰ ਕਿਤੇ ਸਮਾਂ ਮਿਲਿਆ ਤੇ ਸੰਗਤ ਦੇ ਦਰਸ਼ਨ ਜ਼ਰੂਰ ਕਰਾਂਗੇ। ਸਾਰੀ ਸੰਗਤ ਦਾ, ਪ੍ਰਬੰਧਕਾਂ ਦਾ ਹਾਰਦਿਕ ਤੌਰ 'ਤੇ ਧੰਨਵਾਦ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰੀਏ ਗੁਰ ਵਿਚਾਰ